ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਜਿਹੜੇ ਕੇਂਦਰ ਦੇ ਬਿੱਲ ਸੀਗੇ ਉਹਨਾਂ ਨੂੰ ਇਹ ਕਾਊਂਟਰ ਕਿਵੇਂ ਕਰਦੇ ਆ? ਜਿਹੜੇ ਕਾਨੂੰਨ ਵਿਧਾਨ ਸਭਾ ਨੇ ਪਾਸ ਕਰਤੇ ਅਜੇ ਬਣੇ ਨਹੀਂ, ਕਿਉਂਕਿ ਇਹਨਾਂ ਨੇ ਅੱਗੇ ਪ੍ਰਕਿਰਿਆ 'ਚ ਪੈਣਾ। ਇਹ ਅਸਲ ਦੇ ਵਿੱਚ ਕੇਂਦਰ ਨੂੰ, ਜਿਹੜਾ ਕੇਂਦਰ ਨੇ ਕੰਮ ਕੀਤਾ ਉਹਨੂੰ ਕਿਵੇਂ ਕਾਊਂਟਰ ਕਰਦੇ ਆ? ਇਹ ਆਪਾਂ ਦੋਨਾਂ ਨੂੰ ਜਿਹੜਾ ਹੈਗਾ ਕੰਪੇਅਰ ਕਰ ਲੈਂਦੇ ਆ। ਇਹ ਕੇਂਦਰ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ ਜਿਨ੍ਹਾਂ ਨੂੰ ਨਿੱਜੀ ਮੰਡੀਆਂ ਦਾ ਕਾਨੂੰਨ ਕਹਿ ਲਈਏ ਤਾਂ ਆਮ ਬੰਦੇ ਤੱਕ ਪਹੁੰਚਣਾ ਸੌਖਾ ਹੋ ਜਾਊਗਾ। ਉਹਦੇ ਨਾਲ APMC ਮੰਡੀਆਂ ਦੇ ਨਾਲ ਨਾਲ ਨਿੱਜੀ ਮੰਡੀਆਂ ਬਣਾਈਆਂ ਸੀ, ਜਿਹ 'ਚ APMC ਮੰਡੀਆਂ 'ਚ ਹੋਣ ਵਾਲੇ ਸਾਰੇ ਖਰਚੇ, ਜਿਵੇਂ ਐਗਰੀਕਲਚਰ ਮਾਰਕੀਟਿੰਗ ਫੀ ਹੈ, ਰੂਰਲ ਏਰੀਆ ਡਿਵੈਲਪਮੈਂਟ ਫੰਡ ਹੈ, ਆੜਤੀਆਂ ਦਾ ਕਮਿਸ਼ਨ ਹੈ ਅਤੇ ਉਹਦੇ ਹੋਰ ਸੈਸ ਨੇ, ਉਹ ਸਾਰਿਆਂ ਤੋਂ ਖਰੀਦਣ ਵਾਲਿਆਂ ਨੂੰ ਛੋਟ ਦਿੱਤੀ ਗਈ ਸੀ। ਅਤੇ ਜਿਹੜੇ ਖਰੀਦਣ ਵਾਲੇ ਨੇ ਉਹ ਸਿਰਫ ਪੈਨ ਕਾਰਡ ਦੇ ਬੇਸਿਸ ਤੇ ਕਿਤੇ ਵੀ ਕਿੰਨਾ ਵੀ ਮਾਲ ਜਿਹੜਾ ਹੈਗਾ ਖਰੀਦ ਸਕਦੇ ਨੇ। ਤੇ ਜਦੋਂ ਕਿ ਹੁਣ ਜਿਹੜੇ ਇਹ 'ਚ ਸੋਧ ਕੀਤੀ ਗਈ ਹੈ, ਇਹਨਾਂ ਨੇ ਪੂਰੇ ਪੰਜਾਬ ਨੂੰ ਖੇਤੀਬਾੜੀ ਮੰਡੀ ਡਿਕਲੇਅਰ ਕੀਤਾ। ਪੰਜਾਬ ਵਿਧਾਨ ਸਭਾ ਨੇ ਕੀਤਾ ਵੀ ਸਰਬਸੰਮਤੀ ਨਾਲ ਹੈ, ਕਿਉਂਕਿ 2 BJP ਦੇ MLA ਸੀ, ਉਹ ਦੋਨੇ ਦਿਨ ਆਏ ਨਹੀਂ, ਬਾਕੀ ਸਾਰੇ MLA ਸਰਬਸੰਮਤੀ ਨਾਲ ਪਾਸ ਕੀਤਾ। ਇਹਨਾਂ ਨੇ ਇਹ ਕੀਤਾ ਕਿ ਕਣਕ ਅਤੇ ਧਾਨ ਦੇ ਸੰਬੰਧ ਦੇ ਵਿੱਚ ਜਿਹੜਾ ਪਰਚੇਜ ਹੋਊਗੀ, ਜੇ ਪ੍ਰਾਈਵੇਟ ਵਪਾਰੀ ਕੰਪਨੀਆਂ ਕਾਰਪੋਰੇਸ਼ਨ ਆਉਂਦੀ ਹੈ ਤਾਂ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਨਹੀਂ ਖਰੀਦ ਸਕੂਗੀ। ਜੇ ਘੱਟ ਖਰੀਦੂਗੀ ਤਾਂ ਉਹਨੂੰ 3 ਸਾਲ ਦੀ ਕੈਦ ਤੇ ਜੁਰਮਾਨੇ ਦਾ ਪ੍ਰੋਵੀਜ਼ਨ ਰੱਖਿਆ ਗਿਆ ਹੈਗਾ। ਤੇ ਇਹ ਇੱਕ ਵੱਡਾ ਬਦਲਾਅ ਹੈ, ਕਿਉਂਕਿ ਪਹਿਲਾਂ ਸਿਰਫ ਪੈਨ ਕਾਰਡ ਦੇ ਬੇਸਿਸ ਤੇ ਸੀ, ਹੁਣ ਸਾਰਾ ਕੁਝ ਸਟੇਟ ਦੇ ਕੰਟਰੋਲ ਥੱਲੇ ਆ ਗਿਆ। ਅੱਛਾ, ਮੈਨੂੰ ਡਾਕਟਰ ਸਾਹਿਬ ਥੋੜਾ ਹੋਰ ਤਫਸੀਲ ਚ ਸਮਝਾ ਦਿਓ। ਤੁਹਾਡਾ ਮਤਲਬ ਹੈ ਕਿ ਹੁਣ ਪੰਜਾਬ ਦਾ ਪੂਰਾ ਏਰੀਆ ਇੱਕ ਮੰਡੀ ਹੈ, ਸਰਕਾਰ ਐਗਰੀਕਲਚਰ ਮਾਰਕੀਟ ਹੈ। ਹਾਂਜੀ, ਔਰ ਉਸ ਤੋਂ ਬਾਅਦ ਇਹਦਾ ਅਰਥ ਇਹ ਹੋਇਆ ਕਿ ਜਿਹੜਾ ਵੀ ਬੰਦਾ ਬਾਹਰੋਂ ਆਊਗਾ ਉਹ ਇੱਕ ਮੰਡੀ ਚ ਆ ਰਿਹਾ ਤੇ ਉਹ ਮੰਡੀ ਸਰਕਾਰ ਦੇ ਨਿਯੰਤਰਣ ਚ ਹੈ। ਬਿਲਕੁਲ, ਹਾਂ ਬਿਲਕੁਲ। ਉਸ ਮੰਡੀ ਚ ਕੰਮ ਕਰਨ ਲਈ ਸਰਕਾਰ ਤੋਂ ਪਰਮਿਸ਼ਨ ਲੈਣੀ ਪਊਗੀ, ਲਾਇਸੈਂਸ ਲੈਣਾ ਪਊਗਾ। ਪਰਮਿਸ਼ਨ ਲੈਣੀ ਪੈਣੀ ਹੈ, ਲਾਇਸੈਂਸ ਲੈਣਾ ਪੈਣਾ ਅਤੇ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਪੈਣੇ ਨੇ। ਤੇ ਜਿਹੜੇ ਐਗਰੀਕਲਚਰ ਮਾਰਕੀਟਿੰਗ ਦੇ ਖਰਚੇ ਨੇ ਉਹ ਉਹਨਾਂ ਨੂੰ ਦੇਣੇ ਪੈਣੇ ਨੇ। ਤੇ ਇਹ ਇੱਕ ਵੱਡਾ ਬਦਲਾਅ ਹੈਗਾ ਕਿ ਨਾਲੇ ਇਸ ਤੋਂ ਬਿਨਾਂ ਸਿਰਫ ਪੈਨ ਕਾਰਡ ਦੇ ਬੇਸਿਸ ਤੇ ਨਹੀਂ ਹੈਗਾ, ਇਹ ਉਹ ਬੰਦੇ ਨੂੰ ਰਜਿਸਟ੍ਰੇਸ਼ਨ ਕਰਾਉਣੀ ਪਊਗੀ, ਲਾਇਸੈਂਸ ਲੈਣਾ ਪਊਗਾ, ਜਿਹਦੇ ਨਾਲ ਇੱਧਰ ਆ ਜਾਊਗਾ। ਇਹ ਵੱਡਾ ਬਦਲਾਅ ਹੈਗਾ। ਤੇ ਇਸ ਤਰ੍ਹਾਂ ਹੀ ਜਿਹੜਾ ਦੂਜਾ ਕਾਨੂੰਨ ਹੈ ਉਹ ਹੈ ਕੰਟਰੈਕਟ ਫਾਰਮਿੰਗ ਵਾਲਾ। ਕੰਟਰੈਕਟ ਫਾਰਮਿੰਗ ਵਾਲੇ 'ਚ ਪਹਿਲਾਂ ਕੰਪਨੀਆਂ, ਕਾਰਪੋਰੇਸ਼ਨਾਂ ਜਾਂ ਵੱਡੇ ਘਰਾਣੇ ਜਾਂ ਵਪਾਰੀਆਂ ਦੁਆਰਾ ਕਿਸਾਨਾਂ ਨਾਲ ਸਿੱਧਾ ਕੰਟਰੈਕਟ ਹੋ ਸਕਦਾ ਸੀ, ਪਰ ਜਿਹੜਾ ਹੁਣ ਹੈ ਕੰਟਰੈਕਟ ਕਣਕ ਅਤੇ ਚੌਲਾਂ ਦੇ ਸੰਬੰਧ 'ਚ ਉਹਨਾਂ ਨੇ 2 ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਹੈਗੀ ਕਿ ਜਿਹੜਾ ਕੰਟਰੈਕਟ ਹੋਊਗਾ ਉਹ ਸਟੇਟ ਦੇ ਨਿਯੰਤਰਣ ਥੱਲੇ ਹੋਊਗਾ, ਉਹ ਆਪਣੇ ਆਪ ਨਹੀਂ ਹੋਊਗਾ। ਦੂਜੀ ਗੱਲ, ਜੇ ਉਹਨਾਂ 'ਚ ਕੋਈ ਰੌਲਾ ਪੈਂਦਾ ਜਾਂ ਉਹਨਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਉਹ ਸਿਵਲ ਕੋਰਟ ਤੱਕ ਪਹੁੰਚ ਕਰ ਸਕਣਗੇ। ਜਦੋਂ ਪਹਿਲਾਂ SDM ਅਤੇ DC ਲੈਵਲ ਤੱਕ ਉਹ ਗੱਲ ਮੁਕਾ ਦਿੱਤੀ, ਸਿਵਲ ਕੋਰਟ ਦਾ ਰਾਈਟ ਖਤਮ ਕਰ ਦਿੱਤਾ ਗਿਆ ਸੀ। ਫਿਰ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੋਰ ਰੱਖੀ ਹੈ, ਕਣਕ ਅਤੇ ਧਾਨ ਜਿਹਦੀ ਆਮ ਤੌਰ ਤੇ ਕੇਂਦਰ ਸਰਕਾਰ ਪ੍ਰੋਕਿਉਰਮੈਂਟ ਕਰਦੀ ਹੈ, ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਤੇ ਥੋੜੇ ਜਿਹੇ ਹੋਰ ਥਾਵਾਂ ਤੋਂ, ਉਹਦੇ ਸੰਬੰਧ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਪ੍ਰਾਈਸ ਤੇ ਕੰਟਰੈਕਟ ਨਹੀਂ ਹੋ ਸਕੂਗਾ। ਇਹ ਵੀ ਕਾਫੀ ਵਧੀਆ ਹੈਗਾ। ਤੇ ਤੀਜਾ ਜਿਹੜਾ ਹੈਗਾ ਸੋਧ, ਉਹ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਵਰਿਆ, ਉਹ ਸੋਧ ਕਰਕੇ ਕੇਂਦਰ ਸਰਕਾਰ ਨੇ ਵਪਾਰੀਆਂ, ਕੰਪਨੀਆਂ, ਕਾਰਪੋਰੇਸ਼ਨਾਂ ਨੂੰ ਅਨਾਜਾਂ, ਤੇਲ ਬੀਜਾਂ ਤੇ ਆਲੂ, ਪਿਆਜ਼ ਵਗੈਰਾ ਬਾਰੇ ਇਹ ਖੁੱਲ੍ਹ ਦਿੱਤੀ ਕਿ ਜਿੰਨਾ ਮਰਜ਼ੀ ਸਟਾਕ ਕਰ ਲਓ, ਜਿੰਨੀ ਮਰਜ਼ੀ ਉਹਦਾ ਜਮਾਖੋਰੀ ਕਰੋ। ਤੇ ਉਹਦੀ ਇੱਕ ਪ੍ਰੋਬਲਮ ਹੈ ਕਿ ਖਪਤਕਾਰ ਬਿਲਕੁਲ ਹੀ ਉਹਦੇ 'ਚ ਲੁੱਟੇ ਜਾਣ ਦੀਆਂ ਸੰਭਾਵਨਾਵਾਂ ਸਾਫ਼ ਦਿਖਾਈ ਦਿੰਦੀਆਂ ਨੇ। ਪਰ ਹੁਣ ਕੀ ਹੋਇਆ, ਹੁਣ ਇਹਨਾਂ ਨੇ ਕਰਤਾ ਕਿ ਸਟੇਟ ਇਹ ਰੈਗੂਲੇਟ ਕਰੂਗੀ ਕੌਣ ਕਿਹਦਾ ਕਿੰਨਾ ਸਟਾਕ ਕਰ ਸਕਦਾ, ਉਹਦਾ ਹਿਸਾਬ ਤਾਂ ਸਟੇਟ ਨੂੰ ਦੇਣਾ ਪਊਗਾ। ਇਸ ਲਈ ਜਦੋਂ ਪਹਿਲਾਂ ਕਿਹਾ ਗਿਆ ਸੀ ਕੇਂਦਰ ਸਰਕਾਰ ਦੁਆਰਾ ਕਿ ਖਪਤਕਾਰਾਂ ਦੇ ਹੱਕ ਜੋ ਹੋਊਗੀ, ਉਹ ਤਾਂ ਹਾਲੇ ਕੇਂਦਰ ਸਰਕਾਰ ਵਾਲੇ ਕਾਨੂੰਨ ਚੰਗੀ ਤਰ੍ਹਾਂ ਲਾਗੂ ਵੀ ਨਹੀਂ ਹੋਏ। ਉਹ ਤਾਂ ਸਾਨੂੰ ਦੇਖਣ ਲੱਗ ਗਿਆ ਕਿ ਆਲੂ ਪਿਆਜ਼ ਦੀਆਂ ਕੀਮਤਾਂ 3-4 ਗੁਣਾ ਵੱਧ ਗਈਆਂ ਨੇ, ਦੂਜੀਆਂ ਚੀਜ਼ਾਂ ਦੀਆਂ ਵਧਣ ਦੀਆਂ ਸੰਭਾਵਨਾਵਾਂ ਨੇ। ਤੇ ਇੱਥੇ ਇਹ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਜੇ ਸਰਕਾਰ ਅੱਗੇ ਆਊਗੀ ਤਾਂ ਉਹ ਬੜੇ ਆਰਾਮ ਨਾਲ ਕਰ ਸਕਦੀ ਹੈ। ਇਸ ਲਈ ਜਿਹੜੇ 3 ਦੇ 3 ਬਿੱਲ ਹੈ ਜਿਹੜੇ ਕੇਂਦਰ ਸਰਕਾਰ ਨੇ ਬਣਾਏ ਸੀ, ਇਹ ਉਹਨਾਂ ਨੂੰ ਬਿਲਕੁਲ ਬਦਲ ਦਿੱਤਾ ਗਿਆ। ਉਹਦੇ ਵਿੱਚ ਸਟੇਟ ਦਾ ਕੰਟਰੋਲ ਖਤਮ ਕੀਤਾ ਗਿਆ ਸੀ, ਨਾਲ ਜਿਹੜੇ ਐਗਰੀਕਲਚਰ ਮਾਰਕੀਟਿੰਗ ਦੇ ਖਰਚੇ ਆ ਉਹ ਖਤਮ ਕੀਤੇ ਗਏ ਸੀ, ਤੇ ਫਿਰ ਸਿਵਲ ਕੋਰਟ ਦਾ ਰਾਈਟ ਖਤਮ ਕੀਤਾ ਗਿਆ ਸੀ, ਤੇ ਸਟਾਕ ਦੀ ਲਿਮਟ ਨੂੰ ਜਿਹੜਾ ਹੈਗਾ ਬਿਲਕੁਲ ਹੀ ਖਤਮ ਕਰ, ਜਿਹੜਾ ਸਾਰਾ ਕੁਝ ਇਹਨਾਂ ਨੇ ਮੁੜ ਕੇ ਬਹਾਲ ਕਰ ਦਿੱਤਾ ਹੈਗਾ। ਦੂਜੇ ਲਫ਼ਜ਼ਾਂ ਦੇ ਵਿੱਚ
ਜਿਹੜਾ ਸਟੇਟ ਸੀਗਾ ਉਹਨੇ ਆਪਣੇ ਰਾਈਟਸ ਜਿਹੜੇ ਉਹਨਾਂ ਦੀ ਹੱਕ ਹਕੂਕ ਦੀ ਵਰਤੋਂ ਕੀਤੀ ਹੈ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ। ਲੇਕਿਨ ਇਸ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਜੋ ਇਹ ਬਦਲਾਅ ਹੋਏ ਨੇ ਇਹ ਕਦੋਂ ਲਾਗੂ ਹੋ ਸਕਦੇ ਆ? ਇਹ ਤਾਂ ਵੈਸੇ ਕਾਨੂੰਨੀ ਨੁਕਤਾ ਨਿਗਾਹ ਹੈ। ਜੇਕਰ ਰਾਜਪਾਲ ਇਹਨੂੰ ਫਾਰਵਰਡ ਕਰਦੇ ਆ ਔਰ ਰਾਸ਼ਟਰਪਤੀ ਕੋਲ ਫਸ ਜਾਂਦਾ ਜਾ ਕੇ, ਰਾਸ਼ਟਰਪਤੀ ਇਹਦੇ ਤੇ ਦੋ ਤਰੀਕੇ ਅਪਣਾ ਸਕਦੇ। ਅਕਸਰ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਜਾਂ ਤਾਂ ਉਹ ਸੁਪਰੀਮ ਕੋਰਟ ਨੂੰ ਰੈਫਰ ਕਰ ਸਕਦੇ ਆ ਕਿ ਇੱਥੇ ਆਪਣੀ ਰਾਏ ਭੇਜ ਦਿਓ, ਤੇ ਜਾਂ ਫਿਰ ਉਹ ਇਹਨੂੰ ਵਾਪਸ ਵੀ ਕਰ ਸਕਦੇ ਆ। ਸੋ ਇਹ ਇਸ ਵੇਲੇ ਜਿਹੜਾ ਪੰਜਾਬ ਵਿਧਾਨ ਸਭਾ ਨੇ ਕਰਤਾ ਹੈ, ਹੁਣ ਇਸ ਵੇਲੇ ਕੀ ਸਟੇਟਸ ਹੈ ਇਹਦਾ? ਇਸ ਵੇਲੇ ਕੇਂਦਰ ਵਾਲਾ ਕਾਨੂੰਨ ਲਾਗੂ ਹੈ ਜਾਂ ਕੇਂਦਰ ਵਾਲੇ ਕਾਨੂੰਨ ਨੂੰ ਇੱਕ ਤਰ੍ਹਾਂ ਰੋਕ ਲੱਗੀ ਹੈ? ਨਹੀਂ, ਦੇਖੋ, ਪਹਿਲੀ ਗੱਲ ਤਾਂ ਹੈਗੀ ਜਿਹੜਾ ਸੰਘੀ ਢਾਂਚਾ ਹੈ ਉਹਦੀ ਸੰਘੀ ਕੁੱਟੀ ਜਾ ਰਹੀ ਸੀ। ਇਹ ਉਹਦੇ ਹੱਕ 'ਚ ਵੱਡਾ ਹਾਂ ਦਾ ਨਾਰਾ ਮਾਰਦਾ ਸਾਫ਼ ਦਿਖਾਈ ਦਿੰਦਾ ਹੈ ਸਦਨ ਦੇ, ਕੱਲ ਅਸੈਂਬਲੀ ਦੇ ਸਦਨ ਦਾ ਜਿਹੜੇ ਇਹ ਫੈਸਲੇ ਨੇ। ਦੂਜੀ ਗੱਲ, ਕੇਂਦਰ ਵਾਲੇ ਕਾਨੂੰਨ ਬਣ ਗਏ ਨੇ, ਉਹ ਜਦੋਂ ਸਰਕਾਰ ਲਾਗੂ ਕਰੂਗੀ ਉਹ ਹੋਣਗੇ, ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹਦਾ ਬਿੱਲ ਪਾਸ ਹੋਏ ਨੇ। ਜਦ ਤੱਕ ਗਵਰਨਰ ਇਹਨਾਂ ਤੇ ਸਾਈਨ ਨਹੀਂ ਕਰਦਾ ਤੇ ਜਦ ਤੱਕ ਇਹ ਐਕਟ ਨਹੀਂ ਬਣਨੇ ਹੈਗੇ। ਸੋ ਇਹ ਸਿੰਬੋਲਿਕ ਹੈਗਾ ਕਿ ਜੇ ਸੁਪਰੀਮ ਕੋਰਟ ਵੀ ਜਾਣਾ ਉਹਦੀ ਤਿਆਰੀ ਹੈਗੀ। ਇਹਦਾ ਜੇ ਰਾਸ਼ਟਰਪਤੀ ਕੋਲ ਜਾਊਗਾ, ਰਾਸ਼ਟਰਪਤੀ ਭਾਵੇਂ ਸੁਪਰੀਮ ਕੋਰਟ ਨੂੰ ਭੇਜੇ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਵਾਪਸ ਅਸੈਂਬਲੀ ਕੋ ਭੇਜ ਦੇਵੇ, ਇਹ ਉਹਦੇ ਨੀਅਤ ਤੇ ਡਿਪੈਂਡ ਕਰੂਗਾ, ਉਹਦੇ ਡਿਸੀਜਨ ਤੇ ਡਿਪੈਂਡ ਕਰੂਗਾ। ਪਰ ਹੰਬੜਾ ਵੱਡਾ ਹੈਗਾ। ਤੁਹਾਨੂੰ ਲੱਗਦਾ ਹੈ ਕਿ ਇਹ ਕਾਫੀ ਹੈ ਕੇਂਦਰੀ ਕਾਨੂੰਨਾਂ ਨੂੰ ਰੋਕਣ ਲਈ? ਤੁਹਾਨੂੰ ਲੱਗਦਾ ਹੈ ਕਿ ਕਾਰਪੋਰੇਟਸ ਪੰਜਾਬ 'ਚ ਪੈਰ ਧਰਨ ਤੋਂ ਪਹਿਲਾਂ 100 ਵਾਰੀ ਸੋਚੂਗਾ? ਇੱਕ ਤੇ ਕਿਸਾਨਾਂ ਦਾ ਵਿਰੋਧ ਹੈ, ਦੂਜੇ ਬੰਨੇ ਸਰਕਾਰ ਮੂਹਰੇ ਖੜ ਗਈ। ਹੁਣ ਕੋਈ ਵੀ ਸਰਕਾਰ ਪੰਜਾਬ 'ਚ ਆ ਜੇ ਉਹ ਤੋਂ ਪਿਛਾਂ ਹਟ ਨਹੀਂ ਸਕਦੀ। ਮੈਨੂੰ ਨਹੀਂ ਲੱਗਦਾ ਕਿ ਇਹ ਪੰਜਾਬ 'ਚ ਏਡੀ ਸੌਖਿਆਂ ਕੇਂਦਰ ਵਾਲੇ ਕਾਨੂੰਨ ਲਾਗੂ ਹੋਣਗੇ। ਜਿਹੜੀ ਗੱਲ ਅੱਗੇ ਅਸੀਂ ਹੁਣ ਚੱਲਦੇ ਆਂ, ਬਿਜਲੀ ਵਾਲਾ ਕਾਨੂੰਨ ਸੀਗਾ, ਇਹਦੇ ਬਾਰੇ ਵੀ ਤੁਹਾਨੂੰ ਕੁਝ ਸਮਝ ਹੈ ਤਾਂ ਜ਼ਰੂਰ ਚਾਨਣਾ ਪਾ ਦਿਓ ਤਾਂ ਕਿ ਉਸ ਤੋਂ ਅੱਗੇ ਵਿਸਥਾਰ ਲੈ ਲਈਏ। ਇਹ ਬਿਜਲੀ ਵਾਲੇ ਕਾਨੂੰਨ ਜਿਹੜਾ ਹਲੇ ਬਿਜਲੀ ਵਾਲਾ ਕਾਨੂੰਨ ਨਹੀਂ, ਜਿਹੜਾ ਬਿਜਲੀ ਵਾਲਾ ਬਿੱਲ ਇਹ ਪਾਰਲੀਮੈਂਟ 'ਚ ਲਿਆਉਣ ਦੀ ਤਿਆਰੀ ਕਰ ਰਹੇ ਸੀ, ਉਹਦੇ ਨਾਲ ਇਹ ਸੀ ਕਿ ਜਿਹੜਾ ਵੀ ਕਿਸੇ ਵਰਗ ਨੂੰ, ਖਾਸ ਕਰਕੇ ਕਿਸਾਨਾਂ ਜਾਂ ਗਰੀਬਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਉਹ ਜਾਂ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ, ਉਹਦੀ ਜਗ੍ਹਾ ਸਬਸਿਡੀ ਉਹਨਾਂ ਦੇ ਖਾਤਿਆਂ 'ਚ ਪਾਈ ਜਾਵੇ ਤੇ ਉਹਨਾਂ ਨੂੰ ਸਬਸਿਡੀ ਨਾ ਦਿੱਤੀ ਜਾਵੇ। ਉੱਥੇ ਜਿਹੜਾ ਖਤਰਾ ਹੈ, ਇੱਕ ਤਾਂ ਫੇਰ ਉਹ ਸਟੇਟ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਹੈ, ਸੰਘੀ ਢਾਂਚੇ ਦੀ ਸੰਘੀ ਕੁੱਟਣ ਵਾਲੀ ਗੱਲ ਹੈ ਇਹ। ਦੂਜੇ ਪਾਸੇ ਜਦ ਸਟੇਟਾਂ ਕੋਲ ਕਈ ਵਾਰੀ ਆਪਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹੁੰਦੇ, ਜੇ ਉਹ ਸਬਸਿਡੀ ਉਹਦੇ ਖਾਤੇ 'ਚ ਨਾ ਪਾਈ ਗਈ, ਜਿਹੜੇ ਉਹਦੇ ਬਿੱਲ ਹੋਣਗੇ ਬਿੱਲ ਉਹਨਾਂ ਨੂੰ ਭਰਨੇ ਪੈਣਗੇ, ਨਹੀਂ ਕਨੈਕਸ਼ਨ ਕੱਟੂਗਾ। ਫਿਰ ਇਹ ਡਾਇਰੈਕਟ ਬੈਂਕ ਟ੍ਰਾਂਸਫਰ ਦਾ ਜਿਹੜਾ ਚੱਲ ਰਿਹਾ ਸਿਸਟਮ 1991 ਤੋਂ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਅਪਣਾਈਆਂ ਨੇ ਉਹਨਾਂ ਦੇ ਅਧੀਨ ਉਹ ਇੱਕ ਫਿਕਸ ਅਮਾਉਂਟ ਵੀ ਰਹਿ ਸਕਦਾ। ਮੁੜ ਕੇ ਜਿਹੜੇ ਇਹ ਵਰਗ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਆਪਦੇ ਕੋਲੋਂ ਉਹਦੀ ਬਿੱਲਾਂ ਦੀ ਅਦਾਇਗੀ ਕਰਨੀ ਪੈ ਸਕਦੀ ਹੈ। ਤੇ ਇਸ ਕਰਕੇ ਸਟੇਟ ਦੇ ਕੰਮਾਂ 'ਚ ਦਾਖਲ ਹੈ ਤੇ ਗਰੀਬ ਵਰਗਾਂ ਨਾਲ ਧੱਕਾ ਹੈ। ਜਿਹੜਾ ਉਹਦੇ ਮਤਾ ਪਾਸ ਕੀਤਾ ਉਹਦਾ ਇਹੀ ਕੀਤਾ ਕਿ ਜਿਹੜਾ ਉਹ ਬਿੱਲ ਪ੍ਰਸਤਾਵਿਤ ਬਿੱਲ ਹੈ ਉਹਨੂੰ ਅਸੀਂ ਜਿਹੜਾ ਹੈਗਾ ਰੱਦ ਕਰਦੇ ਹਾਂ। ਡਾਕਟਰ ਸਾਹਿਬ, ਇੱਕ ਹੋਰ ਰੌਲਾ ਕਾਫੀ ਦੇਰ ਦਾ ਪਈ ਜਾਂਦਾ ਹੈ ਕਿ ਜਿਹੜੀ ਸਟੇਟ ਹੈ, ਸਟੇਟ ਸਿੱਧੇ ਰੂਪ ਦੇ ਵਿੱਚ ਆਪਣੇ ਕਿਸਾਨਾਂ ਨੂੰ ਬੈਨੀਫਿਟ ਨਹੀਂ ਦੇ ਪਾ ਰਹੀ। ਔਰ ਸਾਡੇ ਕੋਲ ਜੇਕਰ ਇਹ ਸਭ ਚੱਲਦਾ ਹੀ ਰਹਿੰਦਾ ਹੈ, ਇੱਕ ਬੜਾ ਵੱਡਾ ਰੌਲਾ ਇਹ ਕੱਲ ਦਾ ਹੀ ਪੈ ਰਿਹਾ ਕਿ ਝੋਨਾ ਤੇ ਕਣਕ ਹੀ ਕਿਉਂ? ਆਖਰ ਅਸੀਂ ਦੂਜੀਆਂ ਫਸਲਾਂ ਨੂੰ ਪਾਸੇ ਕਿਉਂ ਰੱਖ ਲਿਆ? ਅਸੀਂ ਸਪੈਸੀਫਾਈ ਕੀਤਾ ਝੋਨਾ ਤੇ ਕਣਕ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕੋਈ ਹਰਡਲ ਆ ਵਿੱਚ, ਜਾਂ ਇਹ ਕੋਈ ਜਾਣ ਕੇ ਗਵਰਨਮੈਂਟ ਨੇ ਰੱਖ ਲਿਆ ਵਿਧਾਨ ਸਭਾ ਦੇ ਵਿੱਚ, ਇਹ ਜਾਣਬੁੱਝ ਕੇ ਕੁਝ ਹੇਰਾਫੇਰੀ ਕਰ ਗਏ? ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੱਧੂ ਉਹਨਾਂ ਨੇ ਜਿਹੜੀ ਗੱਲ ਇਹ ਰੇਜ਼ ਕੀਤੀ ਹੈ ਇਹ ਬੜੀ ਵਾਜਬ ਲੱਗਦੀ ਹੈ। ਜਿਹੜਾ ਕੇਂਦਰ ਸਰਕਾਰ ਨਾਲ ਗੱਲ ਕਰਨੀ ਬਣਦੀ ਹੈ ਉਹ ਤਾਂ ਕਿਸਾਨ ਜਥੇਬੰਦੀਆਂ ਇਕੱਲਾ ਪੰਜਾਬ 'ਚ ਨਹੀਂ 20 ਸੂਬਿਆਂ 'ਚ ਗੱਲ ਕਰ ਰਹੀਆਂ ਨੇ, ਉਹਦਾ ਸੰਘਰਸ਼ ਕਰ ਰਹੀਆਂ ਨੇ। ਉਹਨਾਂ ਦੇ ਨਾਲ ਪੰਜਾਬ ਸਰਕਾਰ ਨੇ ਵੱਡਾ ਹੰਬਲਾ ਮਾਰਤਾ ਕਿ ਉਹਨਾਂ ਦੇ ਨਾਲ ਖੜਨ ਦਾ। ਇਕੱਲਾ ਪੰਜਾਬ ਸਰਕਾਰ ਨੇ ਨਹੀਂ ਮਾਰਿਆ, ਪੰਜਾਬ ਦੀਆਂ ਸਾਰੀ ਰਾਜਸੀ ਪਾਰਟੀਆਂ, ਸਿਰਫ 2 MLA ਜਿਹੜੇ ਬੀਜੇਪੀ ਆ ਉਹਨਾਂ ਤੋਂ ਬਿਨਾਂ ਮਾਰਤਾ। ਪਰ ਜਿਹੜੇ ਨਵਜੋਤ ਸਿੱਧੂ ਨੇ ਇਹ ਗੱਲ ਕਰਦੇ ਨੇ ਕਿ ਉਹਦੇ ਨਾਲ ਸੂਬਾ ਸਰਕਾਰਾਂ ਨੂੰ ਆਪਦੀਆਂ ਪੀੜ੍ਹੀਆਂ ਥੱਲੇ ਵੀ ਸੋਟਾ ਮਾਰਨ ਦੀ ਲੋੜ ਹੈਗੀ। ਉਹਦਾ ਕਾਰਨ ਕੀ ਹੈ ਕਿ PDS ਦੇ ਵਿੱਚ ਘੱਟੋ ਘੱਟ ਦਾਲਾਂ ਜਦ ਅਸੀਂ ਸਾਡੀ ਸਰਕਾਰ ਉੱਚੇ ਮੁੱਲਾਂ ਤੇ ਪ੍ਰਕਿਓਰ ਕਰਦੀ ਹੈ, ਘੱਟੋ ਘੱਟ ਸਟੇਟ ਸਰਕਾਰ ਉਹ ਜਿਹੜੀ ਪ੍ਰਕਿਓਰ ਕਰਨ ਵਾਲਾ ਪ੍ਰੋਡਕਟ ਹੈ ਪਲਸਸ ਜਾਂ ਦਾਲਾਂ, ਇਹ ਉਹਦੇ ਲਈ ਤਾਂ ਸਬਸਿਡੀ ਆਪਦੇ ਕੋਲੋਂ ਦੇ ਸਕਦੀ ਹੈ ਕਿਉਂਕਿ ਉਹਦਾ ਉਹਨੇ ਮੁੱਲ ਲੈ ਕੇ ਹੀ ਦੇਣੀ ਹੁੰਦੀ ਹੈਗੀ, ਉੱਥੇ ਦੇਣਾ ਹੁੰਦਾ ਹੈ। ਇਸ ਲਈ ਜਿਹੜੀ ਉਹ ਗੱਲ ਹੈ ਉਹ ਕਾਫੀ ਮੈਨੂੰ ਲੱਗਦਾ ਹੈ ਰੀਜਨੇਬਲ ਹੈ ਕਿ ਸੂਬਾ ਸਰਕਾਰਾਂ ਨੂੰ ਵੀ ਆਪਦੇ ਰੈਵਨਿਊ ਦੇ ਸਾਧਨ ਵਧਾਉਣੇ ਚਾਹੀਦੇ ਨੇ ਤੇ ਜਿੱਥੋਂ ਇਹਦਾ ਰੈਵਨਿਊ ਜਾਂਦਾ ਹੈ ਉੱਥੇ ਐਫਰਟਸ ਕਰਨੀਆਂ ਚਾਹੀਦੀਆਂ ਨੇ। ਨਾਲ
ਕੇਂਦਰ ਸਰਕਾਰ ਦਾ ਵੱਡਾ ਰੋਲ ਹੈ, ਪਰ ਸੂਬਾ ਸਰਕਾਰਾਂ ਜਿਹੜਾ ਰੋਲ ਬਣਦਾ ਹੈ। ਹਾਂਜੀ ਡਾਕਟਰ ਸਾਹਿਬ, ਇੱਕ ਸਵਾਲ ਜਿਹੜਾ ਵਿੱਚ ਫਸ ਗਿਆ ਹੈ ਕਿ ਜਿਹੜਾ ਝੋਨਾ ਔਰ ਕਣਕ ਦੇ MSP ਦੀ ਗੱਲ ਹੈ, ਮਿਨੀਮਮ ਸਪੋਰਟ ਪ੍ਰਾਈਸ ਦੀ, ਘੱਟੋ ਘੱਟ ਸਮਰਥਨ ਮੁੱਲ ਦੀ, ਉਹ ਤੋਂ ਇਲਾਵਾ ਬਾਕੀ ਫਸਲਾਂ ਦਾ ਜ਼ਿਕਰ ਨਾ ਕਰਨਾ ਕੋਈ ਨੁਕਸਾਨ ਤਾਂ ਨਹੀਂ ਕਰੂਗਾ? ਨਹੀਂ, ਦੇਖੋ ਇਹ ਗੱਲ ਹੈ ਕਿ ਜਿਹੜੀਆਂ ਸੂਬਾ ਸਰਕਾਰਾਂ ਨੇ ਵਿਦ ਦਾ ਪੈਸ ਆਫ ਟਾਈਮ ਇੰਨੀਆਂ ਕਮਜ਼ੋਰ ਬਣਾ ਦਿੱਤੀਆਂ ਗਈਆਂ ਨੇ ਕਿ ਉਹ MSP, ਪਹਿਲੀ ਗੱਲ ਤਾਂ ਜਿਹੜਾ MSP ਪਾਲਿਸੀ ਉਹ ਕੇਂਦਰ ਸਰਕਾਰ ਦੀ ਹੈ। ਜੇ ਇਹ ਆਪਣੇ ਕੋਲੋਂ ਜੇ MSP ਨਵੀਂ ਕੋਈ ਅਨਾਉਂਸ ਵੀ ਕਰਦੇ ਨੇ ਤਾਂ ਉਹ ਮੀਨਿੰਗਲੈਸ ਹੋਊਗੀ, ਕਿਉਂਕਿ ਪ੍ਰਕਿਉਰ ਨਹੀਂ ਕਰ ਸਕਦੀਆਂ। ਪ੍ਰਕਿਉਰ ਕਰਨ ਲਈ ਜਿੰਨਾ ਪੈਸਾ ਚਾਹੀਦਾ ਹੈ ਉਹ ਤਾਂ ਕੇਂਦਰ ਸਰਕਾਰ ਦਿੰਦੀ ਹੈ। ਇਹਨਾਂ ਕੋ ਤਾਂ ਇਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਇੰਨੀ ਵੀਕ ਕਰ ਦਿੱਤੀ ਗਈ ਹੈ ਕਿ ਰੋਜ਼ਾਨਾ ਦੇ ਖਰਚੇ ਨਹੀਂ ਚੱਲ ਰਹੇ ਤੇ ਮੁਲਾਜ਼ਮਾਂ ਦੀ ਤਨਖਾਹ ਨਹੀਂ ਦੇ ਰਹੀ, ਪੈਨਸ਼ਨ ਵਾਲਿਆਂ ਦੀ ਪੈਨਸ਼ਨ ਨਹੀਂ ਦਿੱਤੀ ਜਾਂਦੀ। ਇਸ ਲਈ ਜਿਹੜੀ MSP ਸਿਰਫ ਉਹਨਾਂ ਨੇ ਇਨਸਿਸਟ ਕੀਤਾ ਦੋ ਗੱਲਾਂ ਦਾ, ਉਹ ਕੇਂਦਰ ਸਰਕਾਰ ਦੀ ਪ੍ਰਕਿਉਰਮੈਂਟ ਦੇ ਨਾਲ ਕੀਤਾ। ਭਾਵੇਂ ਕੇਂਦਰ ਸਰਕਾਰ ਅੱਜ 23 ਫਸਲਾਂ ਦੀ MSP ਅਨਾਉਂਸ ਕਰਦੀ ਹੈ, ਪ੍ਰਕਿਉਰ ਤਾਂ ਉਹ ਵੀ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਦੇ ਥੋੜੇ ਜਿਹੇ ਹੋਰ ਪਾਰਟਸ ਚੋਂ ਇਹ ਕਣਕ ਤੇ ਝੋਨਾ ਹੀ ਕਰਦੀ ਹੈ। ਬਾਕੀ ਜਿਹੜੀ 23 ਫਸਲਾਂ ਨੇ, ਜਿਵੇਂ ਮੱਕੀ ਹੈ, ਮੱਕੀ ਰੁਲਦੀ ਫਿਰਦੀ ਹੈ ਪੰਜਾਬ 'ਚ ਵੀ, ਅੱਧੇ ਮੁੱਲ ਤੇ ਵੀ ਨਹੀਂ ਵਿਕ ਰਹੀ। ਇਸ ਲਈ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਹ ਮਤਲਬ ਹਲਕੀ ਹੋਣ ਕਰਕੇ ਇਹ ਉਸ ਕੰਮ MSP ਬਾਰੇ ਗੱਲ ਕਰਨ ਬਾਰੇ ਉਹਦੀ ਸਥਿਤੀ ਵਿੱਚ ਨਹੀਂ ਹੈਗੇ ਸੀ। ਅੱਛਾ ਡਾਕਟਰ ਸਾਹਿਬ, ਅਸੀਂ ਜੇ ਚਲੋ ਹੁਣ ਬਿਲਕੁਲ ਹੀ ਅਲੱਗ ਪਹਿਲੂ ਤੋਂ ਆ ਜਾਈਏ, ਕਿਉਂਕਿ ਤੁਸੀਂ ਰੂਟ ਲੈਵਲ ਤੇ ਸਟੱਡੀ ਕੀਤੀ ਹੈ, ਹੁਣ ਇਹ ਕਿਸਾਨੀ ਘੋਲਾ ਇਹਦਾ ਕੋਈ ਸਿਰਾ ਤਾਂ ਲੱਗਣਾ ਹੀ ਆ। ਦੇਖੋ ਸਟੇਟ ਗਵਰਨਮੈਂਟ ਜ਼ਿੰਮੇਵਾਰੀ ਨਿਭਾ ਕੇ ਸੁਰਖਰੂ ਹੋਗੀ, ਕੇਂਦਰ ਨੂੰ ਵੀ ਕੋਈ ਨਾ ਕੋਈ ਰਾਹ ਰਸਤਾ ਲੱਭਣਾ ਪਊਗਾ, ਆਖਰ ਟੇਬਲ ਤੇ ਜਾਣਾ ਪੈਣਾ। ਚਲੋ ਅਸੀਂ ਉਹਨੂੰ ਪਲ ਦੀ ਪਲ ਛੱਡ ਲਈਏ। ਜੇਕਰ ਹੁਣ ਅਸੀਂ ਇਸ ਮੌਜੂਦਾ ਫਸਲੀ ਚੱਕਰ ਚੋਂ ਨਿਕਲਣਾ ਹੈ ਤੇ ਤੁਹਾਡੇ ਕੋਲ ਕੋਈ ਰੋਡ ਮੈਪ, ਕੋਈ ਬਲੂ ਪ੍ਰਿੰਟ, ਕੋਈ ਖਾਕਾ ਹੈਗਾ? ਥੋੜੇ ਜਿਹੇ ਸ਼ਬਦਾਂ 'ਚ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਬਚਦਾ ਹੈ? ਦੇਖੋ, ਜੇ ਫਸਲੀ ਵਿਭਿੰਨਤਾ ਬਚਾਉਣੀ ਹੈ, ਜਿਹੜੀ ਫਸਲੀ ਵਿਭਿੰਨਤਾ ਕੇਂਦਰ ਸਰਕਾਰ ਦੀ ਅਨਾਜ ਦੀਆਂ ਲੋੜਾਂ ਨੇ ਸਭ ਤੋਂ ਖੋਹ ਲਈ ਜੀ, ਕਿ ਸਭ ਤੋਂ ਪਹਿਲਾਂ ਅਸੀਂ ਕਣਕ ਦੇ ਵਿੱਚ ਮਤਲਬ ਅਥਾਹ ਵਾਧਾ ਕੀਤਾ। ਉਹਨੂੰ ਦੇਖਦੇ ਹੋ ਜਿਹੜੀ ਧਾਨ ਦੀ ਫਸਲ MSP ਦੇ ਥਰੂ ਸਾਡੇ ਸਿਰ ਮੜੀ ਗਈ ਹੈ, ਉਹ ਤੋਂ ਵੱਡੇ ਪੱਧਰ ਤੇ ਛੁਟਕਾਰਾ ਤਾਂ ਕੇਂਦਰ ਸਰਕਾਰ ਹੀ ਕਰ ਸਕਦੀ ਹੈ ਜਾਂ ਕਰਵਾ ਸਕਦੀ ਹੈ, ਕਿਉਂਕਿ ਜਿਹੜੀਆਂ ਸੌਣੀ ਦੀਆਂ ਫਸਲਾਂ ਉਹਦੀ ਜਗ੍ਹਾ ਕਣਕ, ਮੱਕੀ, ਨਰਮਾ, ਕਪਾਹ ਜਾਂ ਉਹ ਜਿਹੀਆਂ ਫਸਲਾਂ ਬੀਜੀਆਂ ਜਾ ਸਕਦੀਆਂ ਨੇ। ਇਹ ਉਹਨਾਂ ਦੀ MSP ਦੇ ਨਾਲ ਨਾਲ ਉਹਦੀ ਪ੍ਰਕਿਉਰਮੈਂਟ ਕੇਂਦਰ ਸਰਕਾਰ ਕਰੇ ਤਾਂ ਹੀ ਫਸਲੀ ਵਿਭਿੰਨਤਾ ਵੱਲ ਆਵਾਂਗੇ। ਪਰ ਦੂਜੀ ਗੱਲ ਜਿਹੜੀ ਆਪਾਂ ਪਹਿਲਾਂ ਕਹਿ ਚੁੱਕੇ ਹਾਂ, ਸਾਡੇ PDS ਸਿਸਟਮ ਦੇ ਵਿੱਚ ਜਿਹੜੀ ਵੀ ਚੀਜ਼ ਲੋਕਾਂ ਨੂੰ ਦਿੱਤੀ ਜਾਣੀ ਹੈ, ਘੱਟੋ ਘੱਟ ਉਹਦੇ ਵਿੱਚ ਤਾਂ ਸਟੇਟ ਗਵਰਨਮੈਂਟ ਵੀ ਫਸਲੀ ਵਿਭਿੰਨਤਾ ਵੱਲ ਆ ਸਕਦੀ ਹੈ। ਅਦਰਵਾਈਜ਼ ਜਿਹੜਾ ਅੱਜ ਦਾ ਸਿਨੈਰੀਓ ਹੈ ਉਹਦੇ ਵਿੱਚ ਮੈਨੂੰ ਨਹੀਂ ਦਿਖਦਾ ਕਿ ਫਸਲੀ ਵਿਭਿੰਨਤਾ ਕਿਸਾਨ ਆਪਣੇ ਪੱਧਰ ਤੇ ਲਿਆ ਸਕਦੇ ਨੇ। ਕਿਸਾਨਾਂ ਨੇ ਫਸਲੀ ਵਿਭਿੰਨਤਾ ਜਾਂ ਉਹਦੇ ਵਿੱਚ ਆਪਦੇ ਕੰਮਾਂ 'ਚ ਵਿਭਿੰਨਤਾ ਜਦੋਂ ਵੀ ਲਿਆਂਦੀ ਹੈ ਤਾਂ ਕਦੇ ਕਦਾਈ ਉਹ ਕਾਮਯਾਬ ਹੋਏ ਨੇ, ਜ਼ਿਆਦਾ ਕਿਸੇ ਦੇ ਵਿੱਚ ਉਹ ਫੇਲ ਹੋਏ ਨੇ ਤੇ ਉਹਨੇ ਜ਼ਮੀਨਾਂ ਵੀ ਵਿਕੀਆਂ ਨੇ ਤੇ ਉਹ ਖੇਤੀ ਤੋਂ ਬਾਹਰ ਵੀ ਹੋਏ ਨੇ। ਵੈਸੇ ਡਾਕਟਰ ਸਾਹਿਬ, ਇਹ ਤਾਂ ਸਾਫ਼ ਜਿਹਾ ਹੀ ਨਜ਼ਰ ਆਉਂਦਾ ਹੈ ਕਿ ਵੱਡੀ ਪੱਧਰ ਤੇ ਆਮ ਜਿਹੜੀ ਕਿਸਾਨੀ, ਉਹਦਾ ਕਿਸਾਨੀ ਤੋਂ, ਖੇਤਾਂ ਤੋਂ ਮੋਹ ਭੰਗ ਹੁੰਦਾ ਜਾਂਦਾ ਹੈ। ਲੋਕ ਬਦਲਵੇਂ ਰਾਹ ਰਸਤੇ ਲੱਭ ਰਹੇ ਆ, ਸ਼ਹਿਰਾਂ 'ਚ ਆਬਾਦੀ ਵੱਧ ਰਹੀ ਆ, ਲੋਕ ਜ਼ਮੀਨਾਂ ਹੁਣ ਠੇਕੇ ਠੋਕੇ ਤੇ ਦੇ ਕੇ ਆਉਣ ਲੱਗ ਗਏ, ਬਹੁਤੇ ਬੱਚੇ ਵਿਦੇਸ਼ਾਂ ਨੂੰ ਤੁਰ ਗਏ। ਆਖਰ ਤੁਹਾਨੂੰ ਲੱਗਦਾ ਹੈ ਕਿ ਇਹਦਾ ਸਬਸਟੀਟਿਊਟ ਸਾਡੇ ਕੋਲ, ਜੇ ਮੰਨ ਲਓ ਇੰਡਸਟਰੀ ਦੇ ਨਜ਼ਰੀਏ ਤੋਂ ਕਰਨਾ ਹੋਵੇ, ਤੇ ਜਿਹੜੀ ਅਸੀਂ ਬਾਹਰੋਂ ਡਿਮਾਂਡ ਕਰਦੇ ਹਾਂ ਕਿ ਕੋਈ ਇਨਵੈਸਟਮੈਂਟ ਜਿਹੜੇ ਕਾਰਪੋਰੇਟ ਘਰਾਣੇ ਕਰਨ, ਉਹ ਤਾਂ ਫਿਰ ਆਪਣੀਆਂ ਸ਼ਰਤਾਂ ਤੇ ਕਰਨਗੇ। ਅਸੀਂ ਜਿਹੜੇ ਆਪਣੇ ਬੱਚੇ ਜਾਂ ਸਾਡੇ ਵਰਗੇ ਲੋਕ ਹੈ ਜਿਹੜੇ ਸਕਿੱਲ ਹੋ ਸਕਦੇ ਆ ਕਿ ਉਹਨਾਂ ਨੂੰ ਸਕਿਲਡ ਪ੍ਰੋਗਰਾਮਸ ਦੇ ਤਹਿਤ ਲਿਆਂਦਾ ਜਾ ਸਕੇ, ਤੁਹਾਨੂੰ ਲੱਗਦਾ ਕਿ ਇੰਡਸਟਰੀ ਦੀ ਸੰਭਾਵਨਾ ਹੁੰਦੀ ਆ ਇਹਨਾਂ ਖੇਤੀ ਆਧਾਰਿਤ ਸੂਬਿਆਂ 'ਚ ਵੀ? ਲੱਗਦਾ ਹੈ ਤੁਹਾਨੂੰ? ਕਿਉਂਕਿ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਖੇਤੀ ਆਧਾਰਿਤ ਸਨ ਤਾਂ ਸਾਡੇ ਵਧੀਆ ਹੀ ਨਹੀਂ ਗਿਆ, ਔਰ ਕਿਤੇ ਵੀ ਸ਼ਾਇਦ ਨਹੀਂ ਇਦਾਂ ਵਧੀਆ। ਇਹ ਰੰਧਾਵਾ ਸਾਹਿਬ, ਮੈਨੂੰ ਇੱਥੇ ਗੱਲ ਲੱਗਦੀ ਹੈ ਕਿ ਇਹ ਸਵਾਲ ਹੈ ਤੁਹਾਡਾ ਬਹੁਤ ਵੱਡਾ। ਇਹਦਾ ਜਵਾਬ ਹੈ ਕਿ ਜੇ ਅਸੀਂ ਅਜਿਹਾ ਕਰਨਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੰਗੀਆਂ ਤੁਰਸ਼ੀਆਂ ਦੇ ਮਾਰੇ ਜਾ ਕੇ ਵਿਦੇਸ਼ਾਂ 'ਚ ਟੱਕਰਾਂ ਨਾ ਮਾਰਨ, ਜਾਂ ਉੱਥੇ ਵੀ ਖੁਦਕੁਸ਼ੀਆਂ ਨਾ ਕਰਨ, ਜਾਂ ਉੱਥੇ ਵੀ ਵੱਖ-ਵੱਖ ਤਸੀਹੇ ਨਾ ਚੱਲਣ, ਉੱਥੇ ਵੀ ਅਮਰਵੇਲ ਬੈਠੀ ਹੈ ਜਿਹੜੇ ਇਹਨਾਂ ਗਏ ਬੱਚਿਆਂ ਨੂੰ ਖਾਂਦੀ ਹੈਗੀ, ਤੇ ਭਾਵੇਂ ਕੁਛ ਮਦਦ ਕਰਨ ਵਾਲੇ ਲੋਕ ਵੀ ਹੈਗੇ, ਤਾਂ ਇਹਦੇ ਲਈ ਸਾਨੂੰ ਜਿਹੜਾ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਹੈ ਉਹਦੇ ਲਈ ਲੋਕ ਪੱਖੀ ਅਤੇ ਕੁਦਰਤ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਪਊਗਾ। ਜੇ ਅਸੀਂ ਉਹ ਬਣਾ ਲਿਆ, ਫਿਰ ਜਿਹੜਾ ਸਾਡਾ ਇਹ 3 ਖੇਤਰ ਨੇ, ਸਾਡੇ ਕੋਲ ਖੇਤੀਬਾੜੀ ਦਾ ਖੇਤਰ ਹੈ, ਉਦਯੋਗ ਖੇਤਰ ਹੈ ਤੇ ਸੇਵਾਵਾਂ ਦਾ ਖੇਤਰ ਹੈ, ਉਹਦੇ ਵਿੱਚ ਲੋਕ ਪੱਖੀ ਆਰਥਿਕ ਵਿਕਾਸ ਮਾਡਲ ਦੇ ਵਿੱਚ ਅਸੀਂ ਉਹਨਾਂ ਅਦਾਰਿਆਂ ਨੂੰ ਅੱਗੇ ਲਿਆਵਾਂਗੇ ਜਿਹੜੇ ਜਨਤਕ ਹੋਣਗੇ ਜਾਂ ਸਹਿਕਾਰੀ ਹੋਣਗੇ,
ਤੇ ਖਾਸ ਕਰਕੇ ਪੰਜਾਬ ਵਰਗੇ ਸੂਬੇ 'ਚ ਜਿਹੜਾ ਜ਼ਿਆਦਾ ਖੇਤੀ ਦਾ ਕੰਮ ਹੈਗਾ, ਉੱਥੇ ਐਗਰੋ ਵੇਸਡ ਇੰਡਸਟਰੀ ਜਿਹੜੀ ਹੈਗੀ ਉਹ ਪ੍ਰੋਡਿਊਸਰਸ ਕੋਆਪਰੇਟਿਵ ਦੇ ਬੇਸਿਸ ਤੇ ਲਿਆਂਦੀ ਜਾਵੇ। ਅਸੀਂ ਮੈਗਾ ਪਲਾਂਟਸ ਦੀ ਗੱਲ ਨਾ ਕਰੀਏ, ਮੈਗਾ ਪ੍ਰੋਜੈਕਟ ਦੀ ਗੱਲ ਨਾ ਕਰੀਏ, ਕਿਉਂਕਿ ਉਹਦੇ ਨਾਲ ਜਿਹੜਾ ਮੁੱਲ ਵਾਧਾ ਹੋਊਗਾ ਉਹਦਾ ਫਾਇਦਾ ਵੀ ਕਿਸਾਨਾਂ ਨੂੰ ਹੋਊਗਾ ਤੇ ਜਿਹੜੀ ਇੰਪਲੋਇਮੈਂਟ ਜਨਰੇਟ ਹੋਊਗੀ ਉਹ ਪਿੰਡ ਲਈ ਹੋਊਗੀ। ਇਹਦੇ ਨਾਲ ਜਿਹੜੇ ਕਿਸਾਨ ਨੇ ਉਹ ਆਪਣੇ ਆਪ ਵੀ ਕੋਆਪਰੇਟਿਵ ਅਦਾਰਿਆਂ ਵੱਲ ਆ ਸਕਦੇ ਨੇ, ਕਿਉਂਕਿ ਪੰਜਾਬ ਦੇ ਦਲਤਾਂ ਨੇ ਸਾਨੂੰ ਰਾਹ ਦਿਖਾਤਾ ਹੈ। ਜਿਹੜਾ 2011 ਚ UN ਨੇ ਸਾਨੂੰ ਕਿਹਾ ਸੀ ਕਿ ਜੇ ਪੂਰੀ ਦੁਨੀਆ ਨੂੰ ਅਨਾਜ ਸੁਰੱਖਿਆ ਚਾਹੀਦੀ ਹੈ ਤੇ ਵਾਤਾਵਰਨ ਦਾ ਸ਼ੁੱਧਤਾ ਚਾਹੀਦੀ ਹੈ ਤਾਂ ਪਰਿਵਾਰਕ ਖੇਤੀਬਾੜੀ ਵੱਲ ਆਉਣਾ ਚਾਹੀਦਾ ਹੈ, ਪਰ ਪੰਜਾਬ ਦੇ ਦਲਤ ਮਜ਼ਦੂਰ ਪਰਿਵਾਰਾਂ ਨੇ ਸਾਨੂੰ ਦਿਖਾਤਾ ਇਸ ਤੋਂ ਵੀ ਅਗਲਾ ਰਾਹ ਉਹ ਹੈ ਸਹਿਕਾਰੀ ਖੇਤੀ ਦਾ। ਉਹਨਾਂ ਨੇ ਸਹਿਕਾਰੀ ਖੇਤੀ ਇਸ ਤਰ੍ਹਾਂ ਕਾਮਯਾਬ ਕਰਤੀ ਜਿਹਦੇ ਨਾਲ ਜਿਹੜਾ ਸਮਾਜਿਕ ਤਾਣਾ ਬਣਿਆ ਉਹ ਨਿੱਘਾ ਹੋ ਰਿਹਾ ਹੈ ਤੇ ਉਹ ਲੋਕ ਸੁਖੀ ਬਸ ਰਹੇ ਨੇ। ਇਸ ਲਈ ਸਰਕਾਰ ਦੇ ਪੱਧਰ ਤੇ ਜਿਹੜਾ ਕੁਝ ਕਿਸਾਨ ਕਰ ਰਹੇ ਨੇ ਉਹ ਬਹੁਤ ਸ਼ਾਂਤਮਈ ਤੇ ਲੋਕਤੰਤਰਕ ਢੰਗ ਨਾਲ ਕਰ ਰਿਹਾ। ਪੂਰੀ ਉਮੀਦ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ, ਪਰ ਉਹਨਾਂ ਦੇ ਆਪਦੇ ਪੱਧਰ ਤੇ ਜਿਹੜੀ ਸਹਿਕਾਰੀ ਖੇਤੀ ਹੈ ਇਹ ਵੀ ਵੱਡਾ ਯੋਗਦਾਨ ਪਾ ਸਕਦੀ ਹੈ। ਡਾਕਟਰ ਸਾਹਿਬ, ਇੱਕ ਜਾਂਦੇ ਜਾਂਦੇ ਲਾਸਟ ਸਵਾਲ, ਮੈਨੂੰ ਪਤਾ ਤੁਸੀਂ ਅੱਜ ਰੁੱਝੇ ਹੋ, ਤੁਸੀਂ ਕਿਤੇ ਜਾਣਾ ਵੀ ਹੈ, ਮੈਂ ਦੋਸਤੋ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਡਾਕਟਰ ਸਾਹਿਬ ਅਮਰੀਕਾ ਜਾ ਰਹੇ ਆ। ਜੇ ਕੋਈ ਦੋਸਤ ਮਿੱਤਰ ਉੱਥੇ ਇਹਨਾਂ ਨੂੰ ਮਿਲਣਾ ਚਾਹਣ, ਕੈਲੀਫੋਰਨੀਆ ਸਟੇਟ 'ਚ ਹੋਣਗੇ, ਤੇ ਤੁਸੀਂ ਇਹਨਾਂ ਦਾ ਨੰਬਰ ਇਹ ਡਾਕਟਰ ਸਾਹਿਬ ਆਪੇ ਆਪਣੇ ਜਿਹੜਾ ਇਹਨਾਂ ਦਾ ਫੇਸਬੁੱਕ ਪੇਜ ਆ ਉੱਥੋਂ ਦੇ ਦੇਣਗੇ, ਤੇ ਜਿਹੜੇ ਵੀ ਉੱਥੇ ਬਹੁਤ ਸਾਰੇ ਵਿਦੇਸ਼ 'ਚ ਬੈਠੇ ਸਾਡੇ ਦੋਸਤ ਮਿੱਤਰ ਇਹਨਾਂ ਨਾਲ ਰਾਬਤਾ ਕਰਨਾ ਚਾਹੁੰਦੇ ਜ਼ਰੂਰ ਕਰ ਲੈਣ। ਇਹਨਾਂ ਨੇ ਥੋੜੇ ਦਿਨਾਂ 'ਚ ਉੱਧਰ ਚਲੇ ਜਾਣਾ। ਸੋ ਡਾਕਟਰ ਸਾਹਿਬ, ਮੈਨੂੰ ਜਾਂਦੇ ਜਾਂਦੇ ਦੱਸਿਓ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਸ ਨੇਚਰ ਦਾ ਹੋਵੇ ਜਿਵੇਂ ਮੋਦੀ ਸਾਹਿਬ ਨੇ, ਤੇ ਸਟੇਟ ਇਹੋ ਜਿਹਾ ਕੰਮ ਕਰ ਲੈਂਦੀ ਹੈ, ਤੇ ਉਹਨਾਂ ਨੂੰ ਕਿੰਨੀ ਕੁ ਤਕਲੀਫ ਹੋ ਰਹੀ ਹੋਊਗੀ ਤੇ ਰਿਐਕਸ਼ਨ ਕੀ ਹੋ ਸਕਦਾ? ਇਹਦਾ ਮੇਰੇ ਖਿਆਲ ਹੈ ਤੁਸੀਂ ਲਿਟਰੇਚਰ ਵਾਲੇ ਹੋ, ਤੁਸੀਂ ਜ਼ਿਆਦਾ ਦੱਸ ਸਕਦੇ ਹੋ ਵੀ ਕਿੰਨੀ ਕੁ ਤਕਲੀਫ ਹੋਊਗੀ, ਕਿਉਂਕਿ ਜਿੰਨੀ ਜਿੱਦ ਨਾਲ ਉਹ ਦੇਸ਼ ਨੂੰ ਚਲਾ ਰਹੇ ਨੇ ਉਹ ਜਿਹੜੀ ਤਕਲੀਫ ਹੈ ਉਹ ਤਾਂ ਅਸਹਿ ਹੋਊਗੀ, ਹੈਨਾ। ਉਹਦੇ ਲਈ ਲਫ਼ਜ਼ ਹੋਰ ਨਹੀਂ ਵਰਤਣਾ, ਅਸਹਿ ਲਫ਼ਜ਼ ਸਭ ਤੋਂ ਸੌਖਾ ਹੈਗਾ ਤੇ ਸਭ ਤੋਂ ਘੱਟ ਪੇਨਫੁਲ ਹੋਊਗਾ। ਅਦਰਵਾਈਜ਼ ਤਕਲੀਫ ਜਿਹੜੀ ਹੈਗੀ ਉਹ ਹੱਦਾਂ ਤੋਂ ਪਾਰ ਹੋਊਗੀ, ਪਰ ਹੋਣੀ ਨਹੀਂ ਚਾਹੀਦੀ, ਕਿਉਂਕਿ ਦੇਸ਼ ਪਹਿਲਾਂ ਇੰਡੀਵਿਜੂਅਲ ਬਾਅਦ ਚ ਹੈਗਾ। ਸੋ ਸਾਨੂੰ ਆਪਦੇ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ। ਇਹ ਚ ਹਾਲੇ ਵੀ ਬੇਰ ਤਾਂ ਡੁੱਲ ਗਏ ਨੇ, ਪਰ ਹਾਲੇ ਵੀ ਉਹਨਾਂ ਨੂੰ ਸਾਂਭਿਆ ਜਾ ਸਕਦਾ ਹੈ, ਕਿਉਂਕਿ ਜਿਹੜੇ ਇਹ ਕਾਨੂੰਨ ਬਣਾ ਲਏ ਨੇ ਇਹਦੇ ਨਾਲ ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡੂ ਛੋਟੇ ਕਾਰੀਗਰਾਂ, ਛੋਟੇ ਕਾਰੋਬਾਰੀਆਂ, ਇੱਥੋਂ ਤੱਕ ਕਿ ਫੂਡ ਸਿਕਿਉਰਿਟੀ ਤੇ ਦੇਸ਼ ਦਾ ਵੀ ਨੁਕਸਾਨ ਹੈਗਾ। ਇਸ ਲਈ ਇਹਦੇ ਨਾਲ ਬਣਦਾ ਇਹ ਹੈ ਕਿ ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਸਾਡੇ ਸਾਰੇ ਵਰਗ ਸੁਖੀ ਰਹਿਣ। ਜਿਵੇਂ ਭੁੱਖਮਰੀ ਦੇ ਇੰਡੈਕਸ ਦੇ ਵਿੱਚ ਸਾਡਾ ਨੰਬਰ ਬਹੁਤਾ ਹੀ ਥੱਲੇ ਆ ਗਿਆ ਤੇ ਸਾਨੂੰ ਭੁੱਖਮਰੀ ਤੇ ਕਾਬੂ ਪਾਉਣ ਲਈ ਮੇਰਾ ਖਿਆਲ ਹੈ ਖੇਤੀਬਾੜੀ ਨੂੰ ਤਰਜੀਹ ਦੇ ਕੇ ਉਹਨੂੰ ਅੱਗੇ ਲਿਆਉਣਾ ਚਾਹੀਦਾ, ਠੀਕ ਚੱਲਦਾ ਰਹਿਣ ਦੇਣਾ ਚਾਹੀਦਾ। ਅਨਾਜ ਦੀ ਲੋੜ ਹੈ। ਪਰ ਮੈਨੂੰ ਤਾਂ ਵੈਸੇ ਡਾਕਟਰ ਸਾਹਿਬ ਕਦੇ ਕਦੇ ਇੰਝ ਲੱਗਦਾ ਹੈ, ਮੈਂ ਕੱਲ ਦਾ ਸੋਚੀ ਜਾਂਦਾ ਸੀ ਕਿ ਨਾ ਤਾਂ ਝੁਕਣਾ ਪਿਆ ਨਰਿੰਦਰ ਮੋਦੀ ਨੂੰ, ਔਰ ਉਹਨਾਂ ਨੇ ਆਪਣੀ ਮਨ ਦੀ ਕਰ ਲਈ, ਉਹਨਾਂ ਨੇ ਆਪਣੇ ਖੇਤੀ ਰਿਫਾਰਮਸ ਲੈਣ ਦੇ, ਸਟੇਟ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਹਦੇ ਅੱਗੇ ਰਸਤਾ ਰੋਕ ਲਿਆ। ਹੁਣ ਉਹਨਾਂ ਨੂੰ ਝੁਕਣਾ ਨਹੀਂ ਪਿਆ, ਵਾਪਸ ਨਹੀਂ ਲੈਣੇ ਪਏ ਜਾਂ ਅਮੈਂਡਮੈਂਟ ਨਹੀਂ ਕਰਨੀ ਪਈ, ਤੇ ਜੇ ਸਾਡੇ ਵਾਲੇ ਨੂੰ ਇੱਧਰ ਪੰਜਾਬ ਵਾਲੇ ਬਿੱਲ ਨੂੰ ਐਜ ਇਟ ਇਜ਼ ਜੋ ਪ੍ਰਵਾਨ ਕਰ ਲੈਣ, ਤੇ ਮੇਰੇ ਖਿਆਲ ਇੱਜ਼ਤ ਉਹਨਾਂ ਦੀ ਵੀ ਹੈ ਤੇ ਇੱਜ਼ਤ ਇਹਨਾਂ ਦੀ ਵੀ ਹੈ, ਤੇ ਕਿਸਾਨੀ ਵੀ ਚੁੱਪ ਕਰਕੇ ਬਚੀ ਰਹੂ। ਇਹ ਕੋਈ ਸਿਆਣਾ ਸਲਾਹ ਦੇਵੇ ਵੀ ਯਾਰ ਜੇ ਧੌਣ ਵੀ ਨਾ ਝੁਕਾਉਣੀ ਪਵੇ, ਚਲੋ ਅੱਖਾਂ ਲਾਲ ਲਾਲ ਇੱਕ ਦੂਜੇ ਨੂੰ ਕੱਢਦੇ ਰਹੋ, ਮੇਰੇ ਖਿਆਲ ਇਹ ਕਾਫੀ ਸੂਤਰ ਹੋਊਗਾ। ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਸ਼ੁਕਰੀਆ ਜੀ ਤੁਹਾਡਾ।